इसनूं कहंदे है समय दा चक्कर। सुमेध सिंह सैनी जिस दे हत्थ कदे पंजाब पुलिस दी कमान हुंदी सी, अज उही पंजाब पुलिस दे शकंजे दे विच है। द खबरसार नाल तुसीं जुड़े होए हो ते मैं हां तुहाडे नाल ठाकुर अमनदीप सिंह। FIR नंबर 11 दे विच दस्सिया जा रहा है कि सुमेध सिंह सैनी नूं गिरफ्तार किया गया है। FIR की कहंदी है, गिरफ्तारी किवें हुई है, गलबात करांगे। साडे नाल एडवोकेट प्रदीप विर्क जी मौजूद ने। सर बहुत स्वागत है ते खबरसार ते। शुक्रिया जी। सर सब तो पहला मेरा सवाल है, FIR नंबर 11 दे विच किते भी सुमेध सिंह सैनी दा नाम नहीं, फिर गिरफ्तारी किवें हुई? देखो आ FIR है, FIR नंबर 11 डेटेड 17 ਸਪਟੈਂਬਰ 2020। ਹੁਣ ਇੱਥੇ ਅਕਿਊਜ਼ ਦੇ ਨਾਂ ਹੈ, ਠੀਕ ਹੈ, ਸੁਮੇਧ ਸਿੰਘ ਸੈਣੀ ਹੈ ਨਹੀਂ ਇਹਦੇ 'ਚ, ਪਰ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਵੀ ਬੰਦੇ ਨੂੰ ਅਕਿਊਜ਼ਡ ਬਣਾਇਆ ਜਾ ਸਕਦਾ ਹੈ ਔਰ ਬਾਅਦ 'ਚ ਉਹਦਾ ਨਾਂ ਕੱਟਿਆ ਜਾ ਸਕਦਾ ਹੈ। ਜ਼ਰੂਰੀ ਨਹੀਂ FIR ਤਾਂ ਸਿਰਫ ਕੋਗਨੀਜ਼ੇਬਲ ਆਫੈਂਸ ਦੀ ਪਹਿਲੀ ਇਨਫੋਰਮੇਸ਼ਨ ਹੁੰਦੀ ਹੈ। ਹੁਣ ਆ ਵੇਖੋ, ਇਹ ਉਸੇ ਕੇਸ ਦੀ, ਮੈਂ ਪਹਿਲਾਂ ਪੇਜ ਨੰਬਰ 2 ਤੇ ਚੱਲਦਾ, FIR ਨੰਬਰ 11 ਉਹੀ FIR ਹੈ ਜੀ, ਠੀਕ ਹੈ ਜੀ। ਇਹਦੇ ਵਿੱਚ 16 ਜੁਲਾਈ 2021 ਤੱਕ WWICS ਤੁਸੀਂ ਵੇਖੋਗੇ ਇਹਨਾਂ ਦਾ ਨਾਂ ਤਾਂ ਆਉਂਦਾ ਹੀ ਹੈ, ਬਟ ਸੁਰਿੰਦਰਜੀਤ ਸਿੰਘ ਜਸਪਾਲ ਔਰ ਨਿਮਰਤਦੀਪ ਜੀ, ਆ ਦੋ ਨਾਂ ਇੰਪੋਰਟੈਂਟ ਹੈ। ਨਿਮਰਤ ਸੁਰਿੰਦਰਜੀਤ ਸਿੰਘ ਜਸਪਾਲ ਦਾ ਬੇਟਾ ਹੈ। ਹੁਣ ਨਿਮਰਤਦੀਪ ਤੋਂ ਆ ਕੇਸ ਸਾਰਾ ਸ਼ੁਰੂ ਹੁੰਦਾ ਹੈ ਕਿ ਨਿਮਰਤ ਇੱਕ ਪਬਲਿਕ ਸਰਵੈਂਟ ਹੁੰਦਿਆਂ ਇਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ। ਉਹ ਜਾਇਦਾਦ ਦੀ ਤਫਤੀਸ਼ ਕਰਦਿਆਂ ਹੋਇਆਂ, ਬੇਸਿਕਲੀ ਤਾਂ ਇੱਕ ਲੈਂਡ ਡੀਲ ਇਨਵੈਸਟੀਗੇਟ ਹੋ ਰਹੀ ਸੀ, ਉਹ ਲੈਂਡ ਦੇ ਵਿੱਚ ਕਰਦੇ ਕਰਦੇ ਨਿਮਰਤ ਤੱਕ ਪਹੁੰਚੇ, ਜਿੱਥੋਂ ਇਹ ਪਹੁੰਚੇ ਇਸ ਕੋਠੀ ਤੱਕ, ਜਿਹੜੀ ਨਿਮਰਤ ਦੇ ਫਾਦਰ ਦੇ ਨਾਂ 'ਤੇ ਹੈ। ਇਸ ਘਰ ਦਾ ਲਿੰਕ ਇਹ ਹੈ ਕਿ ਸੁਮੇਧ ਸਿੰਘ ਸੈਣੀ ਪੋਸਟ ਰਿਟਾਇਰਮੈਂਟ ਤੋਂ ਬਾਅਦ ਇਸ ਘਰ ਦੇ ਵਿੱਚ ਰਹਿ ਰਿਹਾ। ਹੁਣ ਉਹਦੇ ਵਿੱਚ ਜਦੋਂ ਤਫਤੀਸ਼ ਸ਼ੁਰੂ ਹੋਈ, ਕਿਉਂਕਿ ਸੁਮੇਧ ਸੈਣੀ ਆਪ ਇੱਕ ਪਬਲਿਕ ਸਰਵੈਂਟ ਹੈ, ਨਿਮਰਤ ਦੀ ਤਫਤੀਸ਼ ਦੇ ਵਿੱਚ ਚੀਜ਼ਾਂ ਆਉਣ ਲੱਗ ਗਈਆਂ ਕਿ ਇਹਨੇ 35 ਦੇ ਕਰੀਬ ਪ੍ਰੋਪਰਟੀਜ਼ ਨੇ ਜਿਹੜੀ ਇਹਦੇ ਤੇ ਇਹਦੇ ਫੈਮਿਲੀ ਮੈਂਬਰਸ ਦੇ ਨਾਂ 'ਤੇ ਹੈ। ਹੁਣ ਇੱਕ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਇਹਦੇ 'ਤੇ ਸ਼ੁਰੂ ਹੋ ਗਿਆ। ਉਸੇ ਤਰ੍ਹਾਂ ਸੁਮੇਧ ਸੈਣੀ ਦੇ ਉੱਤੇ ਵੀ ਸ਼ੁਰੂ ਹੋ ਗਿਆ। ਆ ਤੁਸੀਂ ਵੇਖੋਗੇ ਇਸ ਘਰ ਦੀ ਅਟੈਚਮੈਂਟ ਦੀ ਪ੍ਰੋਸੀਡਿੰਗਸ ਹੋ ਰਹੀਆਂ ਸੀ, ਇਹ ਪੂਰਾ ਇਸੇ ਘਰ ਦੀ, ਕਿ ਕਿਸ ਤਰ੍ਹਾਂ ਇੱਥੇ ਸੁਮੇਧ ਸਿੰਘ ਸੈਣੀ ਰਹਿ ਰਿਹਾ ਔਰ ਕਿਸ ਤਰ੍ਹਾਂ ਇਸ ਘਰ ਨੂੰ ਅਟੈਚ ਕਰਨ ਦੇ ਲਈ ਪ੍ਰੋਸੀਡਿੰਗ ਸ਼ੁਰੂ ਕੀਤੀ ਗਈ। 2.5 ਲੱਖ ਇਹਨੇ ਰੈਂਟ ਸ਼ੋ ਕੀਤਾ ਪਰ ਉसी ਗੱਲ ਤੇ ਆ ਰਹੀ ਸੀ, ਕਹਿ ਰਹੇ ਸੀ ਕਿ ਮੈਂ 2.5 ਲੱਖ ਰੁਪਏ ਕਿਰਾਇਆ ਦੇਣਾ ਇਸ ਘਰ ਦੇ ਵਿੱਚ ਜੀ। ਮੈਂ ਉਹਦਾ ਜਵਾਬ ਦੇਣਾ, ਆ ਅਟੈਚਮੈਂਟ ਦਾ ਫਾਈਨਲੀ ਇਹਨਾਂ ਨੇ ਆਰਡਰ ਕੀਤਾ ਇੰਟਰਿਮ ਅਟੈਚਮੈਂਟ, ਕਿ ਇਸ ਘਰ ਦੀ ਪ੍ਰੋਵੀਜ਼ਨਲ ਅਟੈਚਮੈਂਟ ਕੀਤੀ ਜਾਂਦੀ ਹੈ ਔਰ 2.5 ਲੱਖ ਜਿਹੜਾ ਰੈਂਟ ਇਹ ਕਹਿ ਰਿਹਾ ਉਹ ਰੈਂਟ ਇਹ ਡਿਸਟ੍ਰਿਕਟ ਟ੍ਰੈਜਰੀ ਜਮ੍ਹਾਂ ਕਰਾਊਗਾ। ਹੁਣ ਮੈਂ ਆਉਣਾ, ਜਿਹੜਾ ਤੁਸੀਂ ਗੱਲ ਆਖੀ ਹੈ ਕਿ ਰੈਂਟ ਪੇ ਕਰ ਰਿਹਾ ਸੀ, ਸੁਮੇਧ ਸੈਣੀ ਆਪ ਇੱਕ ਪਬਲਿਕ ਸਰਵੈਂਟ ਸੀ, ਸੋ FIR ਨੰਬਰ 13 ਦਰਜ ਕੀਤੀ ਗਈ ਇਹਦੇ ਖਿਲਾਫ, ਡਿਸਪ੍ਰੋਪੋਰਸ਼ਨੇਟ ਐਸੈਟ ਸੀ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ, ਠੀਕ ਹੈ ਜੀ। ਹੁਣ ਇਸ ਮੈਟਰ ਦੇ ਵਿੱਚ ਤੁਸੀਂ ਵੇਖੋਗੇ ਆ ਨਿਮਰਤ ਦੀਆਂ ਪ੍ਰਾਪਰਟੀਜ਼ ਨੇ, ਨਿਮਰਤਦੀਪ ਐਂਡ ਹਿਜ਼ ਫੈਮਿਲੀ ਮੈਂਬਰਸ। ਸਰ ਸਾਰੀਆਂ ਪ੍ਰਾਪਰਟੀਜ਼ ਉਹਨਾਂ ਦੀਆਂ ਨੇ? 35, ਹਾਂਜੀ 35 ਪ੍ਰਾਪਰਟੀ ਤੇ 22 ਬੈਂਕ ਅਕਾਊਂਟ। ਨਿਮਰਤ ਦੇ ਫਾਦਰ ਤਾਂ ਮੇਰੇ ਖਿਆਲ ਲੈਕਚਰਰ ਸੀਗੇ। ਹਾਂਜੀ, ਉਹ ਇਸੇ ਕਰਕੇ ਇਹਨਾਂ ਤੇ ਆਇਆ ਨਾ ਕਿ ਇੰਨੀ ਪ੍ਰਾਪਰਟੀ ਤੁਸੀਂ ਕਿਵੇਂ ਬਣਾਈ, ਠੀਕ ਹੈ। ਉਸ ਤੋਂ ਇਲਾਵਾ ਫੰਡਿੰਗ ਕਿਸੇ ਹੋਰ ਦੀ ਤਾਂ ਨਹੀਂ ਸੀ? ਸੁਮੇਧ ਸੈਣੀ ਦੀ ਹੋਊਗੀ ਜੀ, ਬਿਲਕੁਲ ਹੋਊਗੀ, ਕਿਉਂਕਿ ਇਹਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਸੁਮੇਧ ਸਿੰਘ ਸੈਣੀ ਨੇ, ਜੇ ਆਪਾਂ 2.5 ਲੱਖ ਰੈਂਟ ਲਈਏ ਤੇ ਸੁਮੇਧ ਸਿੰਘ ਸੈਣੀ ਦਾ 3 ਸਾਲਾਂ ਦਾ 90 ਲੱਖ ਬਣਦਾ ਮੈਕਸਿਮਮ। ਇੱਥੇ ਸੁਮੇਧ ਸਿੰਘ ਸੈਣੀ ਨੇ ਨਿਮਰਤ ਤੇ ਉਹਦੇ ਫਾਦਰ ਦੇ ਅਕਾਊਂਟ ਦੇ ਵਿੱਚ, ਸੁਮੇਧ ਸਿੰਘ ਸੈਣੀ ਦੇ ਬੈਂਕ ਅਕਾਊਂਟ 'ਚੋਂ 6 ਕਰੋੜ 40 ਲੱਖ ਦੇ ਟ੍ਰਾਂਜੈਕਸ਼ਨਸ ਹੋਏ ਹੈ। 6 ਕਰੋੜ 40 ਲੱਖ। ਆ ਵੇਖੋ, ਹੋਰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਇਹ ਕਹਿੰਦਾ ਮੈਂ ਰੈਂਟ ਪੇ ਕੀਤਾ ਹੈ, ਆ ਵੇਖੋ TDS ਵੀ ਨਹੀਂ ਕੱਟਿਆ, ਸੋ ਜਿਹਦਾ ਮਤਲਬ ਹੈ ਇਹ ਰੈਂਟ ਕਦੇ ਪੇ ਹੀ ਨਹੀਂ ਹੋਇਆ। ਸੋ ਇਹਨਾਂ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਰੱਖਦੇ ਹੋਏ ਇਹਦੇ ਉੱਤੇ ਨਵਾਂ ਕੇਸ ਸ਼ੁਰੂ ਹੋਇਆ FIR ਨੰਬਰ 13 ਦਾ। ਜਦੋਂ ਆਹ ਤਫਤੀਸ਼ ਚੱਲ ਰਹੀ ਸੀ, ਪੁਰਾਣੇ ਵਾਲੇ ਦੇ ਵਿੱਚ ਜੋ ਹਿੱਸਾ ਇਨਵੈਸਟੀਗੇਸ਼ਨ ਦਾ ਪੈਂਡਿੰਗ ਸੀ, ਉਹਦੇ ਵਿੱਚ ਤਾਂ ਸੁਮੇਧ ਸੈਣੀ ਦਾ ਰੋਲ ਸੀਗਾ ਹੀ। ਉਹਦੇ ਵਿੱਚ ਇਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਜਦੋਂ ਇਸ ਕੇਸ ਦੇ ਵਿੱਚ ਗਿਆ, ਉਹਦੇ ਵਿੱਚ ਉਹਨੂੰ ਐਂਟੀਸਪੇਟਰੀ ਬੇਲ ਨਹੀਂ ਸੀ, ਉਹਦੇ ਵਿੱਚ ਉਹ ਇਨਵੈਸਟੀਗੇਸ਼ਨ ਜੁਆਇਨ ਵੀ ਨਹੀਂ ਕਰ ਰਿਹਾ ਸੀ, ਸੋ ਵਿਜੀਲੈਂਸ ਬਿਊਰੋ ਨੇ ਉਹਦੇ ਵਿੱਚ ਇਹਨੂੰ ਅਰੈਸਟ ਕਰ ਲਿਆ। ਸਰ ਜਿਹੜੀ ਪ੍ਰਾਪਰਟੀ ਤੁਸੀਂ ਨਿਮਰਤ ਹੋਣਾ ਦੀਆਂ ਦਿਖਾਈਆਂ ਨੇ, ਇਹ ਹੋ ਸਕਦਾ ਹੈ ਵੀ ਸਾਰੀ ਫੰਡਿੰਗ ਜਿਹੜੀ ਹੈ ਸੁਮੇਧ ਸਿੰਘ ਸੈਣੀ ਕਰਦਾ ਹੋਵੇ ਤੇ ਇੱਕ ਚਿਹਰਾ ਜਿਹੜਾ ਹੈ ਉਹ ਨਿਮਰਤ ਦਾ ਬਣਾਇਆ ਗਿਆ ਹੋਵੇ ਵੀ ਤੇਰੇ ਨਾਂ 'ਤੇ ਜਾਂ ਤੇਰੇ ਫਾਦਰ ਦੇ ਨਾਮ 'ਤੇ ਅਸੀਂ ਪ੍ਰਾਪਰਟੀ ਲਈ ਜਾਵਾਂਗੇ, ਜਿਵੇਂ ਬਾਅਦ 6 ਕਰੋੜ 40 ਲੱਖ ਰੁਪਏ ਤੁਸੀਂ ਦਿਖਾ ਵੀ ਰਹੇ ਹੋ ਵੀ ਜੋ ਸੁਮੇਧ ਸਿੰਘ ਸੈਣੀ ਦੇ ਅਕਾਊਂਟ 'ਚੋਂ ਗਏ ਨੇ ਉਹਨਾਂ ਦੇ ਅਕਾਊਂਟ 'ਚ। ਇੰਨੇ ਅਮਾਊਂਟ ਦੇ ਵਿੱਚ ਤਾਂ ਜਾਂ ਉਹ ਕੋਠੀ ਇੰਡੀਵਿਜੂਅਲੀ ਖਰੀਦ ਲੈਂਦਾ, ਔਰ ਇਸੇ ਕਰਕੇ ਕਿ ਉਹਨੇ ਕੁਛ ਨਾ ਕੁਛ ਪ੍ਰਾਪਰਟੀਜ਼ ਆਪਣੇ ਨਾਲ ਟ੍ਰਾਂਸਫਰ ਕਰਵਾਉਣੀਆਂ ਹੋਣੀਆਂ, ਜਿਹਦੇ ਲਈ ਬਲੈਕ ਦੀ ਅਮਾਊਂਟਸ ਉਹਨੇ ਪੇ ਕਰਤੀਆਂ ਹੋਣੀਆਂ, ਵਾਈਟ ਦੀ ਉਹ ਐਂ ਸ਼ੋਅ ਕਰ ਰਿਹਾ ਹੋਣਾ, ਫਰੰਟਮੈਨ ਇਹਦਾ ਨਿਮਰਤ ਹੋਣਾ, ਕਿਉਂਕਿ ਨਿਮਰਤ ਨਾਲ ਸੁਮੇਧ ਸੈਣੀ ਦਾ ਬਹੁਤ ਪੁਰਾਣਾ ਲਿੰਕ ਹੈ। ਜੇ ਅਸੀਂ ਨਿਮਰਤ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਕਿ ਨਿਮਰਤ ਦਾ ਆ ਇੱਕ ਚਿੱਠੀ ਹੈ ਜਨਵਰੀ 2000
11 ਜਨਵਰੀ 2009 ਦੀ ਜੀ ਇਹ ਤੁਸੀਂ ਇਹ ਪਬਲਿਕ ਡੋਮੇਨ ਦੇ ਵਿੱਚ ਹੈ, ਗੂਗਲ ਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੋ। ਇਹਦੇ ਵਿੱਚ ਨਿਮਰਤ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਪ੍ਰਾਈਵੇਟ ਬੰਦੇ ਨਾਲ ਗੱਲ ਕਰਦਿਆਂ, ਜਿਹਦੇ ਵਿੱਚ ਉਹਨੇ ਇੱਕ ਸਿਟਿੰਗ ਹਾਈ ਕੋਰਟ ਜੱਜ ਦੇ ਖਿਲਾਫ ਐਲੀਗੇਸ਼ਨਸ ਲਾਏ ਐਵੀਡੈਂਸ ਫੈਬਰੀਕੇਟ ਕਰਕੇ। ਤੇ ਜਦੋਂ ਇਹਦੀ ਇਨਕੁਆਇਰੀ ਹੋਈ ਤੇ ਚੀਫ ਜਸਟਿਸ ਨੇ ਕੀ ਕਿਹਾ ਕਿ ਟੈਲੀਫੋਨਿਕ ਕਨਵਰਸੇਸ਼ਨ ਰਿਕਾਰਡ ਜਿਹੜੀਆਂ ਹੋਈਆਂ ਟਰਾਂਸਕ੍ਰਿਪਟਸ ਨੂੰ ਲੈ ਕੇ ਜੋ ਕਮਿਊਨੀਕੇਸ਼ਨ ਆਇਆ ਮੇਰੇ ਕੋਲ, ਉਹਦੇ ਲਈ ਮੈਂ ਡੀਜੀਪੀ ਐਨਪੀਐਸ ਔਲਖ ਨੂੰ ਬੁਲਾਇਆ, ਜਿਨ੍ਹਾਂ ਨੇ ਕਿਹਾ ਕਿ ਮੈਂ ਕੋਈ ਆਥੋਰਾਈਜੇਸ਼ਨ ਨਹੀਂ ਦਿੱਤੀ ਫॉर ਫੋਨ ਟੈਪਿੰਗ। ਉਸੇ ਤਰ੍ਹਾਂ ਹੋਮ ਸੈਕਟਰੀ ਨੇ ਕਿਹਾ ਕਿ ਮੈਨੂੰ ਕੋਈ ਨੌਲੇਜ ਨਹੀਂ ਹੈ। ਉਸ ਤੋਂ ਬਾਅਦ ਹੋਮ ਸੈਕਟਰੀ ਨੇ ਕਿਹਾ ਜੀ ਇੱਕ ਆਈਜੀ ਰੈਂਕ ਦਾ ਆਫਿਸਰ ਹੈ ਜਿਹੜਾ ਚੀਫ ਸੈਕਟਰੀ ਨੂੰ ਰਿਪੋਰਟ ਕਰਦਾ, ਆਈਜੀ ਵਿਜੀਲੈਂਸ ਹੈ, ਉਹਨੂੰ ਬੁਲਾਓ। ਮੈਂ ਚੀਫ ਸੈਕਟਰੀ ਨੂੰ ਕਹਿੰਦੇ ਬੁਲਾਇਆ ਤੇ ਚੀਫ ਸੈਕਟਰੀ ਨੇ ਵੀ ਕਹਿਤਾ ਕਿ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ। ਫਿਰ ਰਿਕਾਰਡ ਤੇ ਆਇਆ ਕਿ ਸੁਮੇਧ ਸਿੰਘ ਸੈਣੀ ਨੇ ਆ ਸਾਰੇ ਸਰਵੇਲੈਂਸ ਤੇ ਲਵਾਏ ਸੀ। ਕਾਰਨ ਕੀ ਸੀ? ਆਰਗੇਨਾਈਜ਼ਡ ਕ੍ਰਾਈਮ, ਡਿਟੈਕਸ਼ਨ ਆਫ ਆਰਗੇਨਾਈਜ਼ਡ ਕ੍ਰਾਈਮ ਜੀ ਐਂਡ ਸਿਕਿਉਰਿਟੀ ਆਫ ਸਟੇਟ। ਹੁਣ ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਜੀਲੈਂਸ ਦੇ ਡੋਮੇਨ 'ਚ ਨਹੀਂ ਆਉਂਦੀਆਂ, ਠੀਕ ਹੈ ਜੀ। ਸੋ ਉਹਦੇ ਉੱਤੇ ਇਹਨਾਂ ਨੇ ਹੋਮ ਸੈਕਟਰੀ ਨੂੰ ਬੁਲਾਇਆ ਕਿ ਮੈਨੂੰ ਦੱਸੋ ਕੀ ਆਰਗੇਨਾਈਜ਼ਡ ਕ੍ਰਾਈਮ ਹੈ। ਉਹ ਕਹਿੰਦੇ ਕਿ ਸਾਨੂੰ ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਮਿਲੀ, that no such follow-up action was there and did not disclose any application of mind on the part of Home Secretary or any other authority for that matter ਕਿ ਵੀ ਕਿਉਂ ਸਰਵੇਲੈਂਸ ਕੀਤੀ ਗਈ। ਫਿਰ ਉਹਨਾਂ ਨੇ ਕਿਹਾ ਕਿ ਜੇ ਵਿਜੀਲੈਂਸ ਨੇ ਕੀਤੀ ਤੇ ਉਹਨਾਂ ਨੇ ਐਡਵੋਕੇਟ ਜਨਰਲ ਨੂੰ ਕਿਉਂ ਕੀਤੀ, ਚੀਫ ਸੈਕਟਰੀ ਨੂੰ ਕਿਉਂ ਨਹੀਂ ਦਿੱਤੀ। ਉਸ ਤੋਂ ਇਲਾਵਾ ਆਹ ਲਾਈਨ ਬਹੁਤ ਇੰਪੋਰਟੈਂਟ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ an order passed by him directed a CBI investigation against Sri Sumedh Singh Saini, Director Vigilance, in a case of custodial killing. In light of what I have stated above, I do not consider the material referred to by my predecessor in his communication to be free from suspicion, leave alone conclusive enough to be made a basis of the indictment of a sitting judge of High Court. ਹੁਣ ਇਹ ਜਸਟਿਸ ਤੀਰਥ ਸਿੰਘ ਠਾਕੁਰ ਨੇ ਉਦੋਂ ਦੇ ਚੀਫ ਜਸਟਿਸ ਆਫ ਇੰਡੀਆ ਨੂੰ ਭੇਜੀ ਹੈ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਦੇ ਕਿਹਾ ਨਿਮਰਤ ਨੇ ਪਬਲਿਕ ਸਰਵੈਂਟ ਹੁੰਦਿਆਂ ਇੱਕ ਸਿਟਿੰਗ ਹਾਈ ਕੋਰਟ ਜੱਜ ਦਾ ਸਟਿੰਗ ਆਪਰੇਸ਼ਨ ਕੀਤਾ। ਉਹਨਾਂ ਦਾ ਨਹੀਂ ਮਤਲਬ ਇੱਕ ਪ੍ਰਾਈਵੇਟ ਬੰਦੇ ਦਾ ਕੀਤਾ ਔਰ ਜੱਜ ਸਾਹਿਬ ਤੇ ਐਲੀਗੇਸ਼ਨ ਲਾਇਆ ਝੂਠਾ। ਔਰ ਉਹ ਜੱਜ ਸਾਹਿਬ ਸਾਡੇ ਮੈਨੂਪਲੇਟਡ, ਔਰ ਉਹ ਜੱਜ ਸਾਹਿਬ ਸਾਡੇ ਬਹੁਤ ਰਿਸਪੈਕਟਡ ਜੱਜ ਰਹੇ ਨੇ ਹਾਈ ਕੋਰਟ ਦੇ। ਇੰਨੀ ਹਿੰਮਤ ਜੇ ਨਿਮਰਤ ਕਰ ਰਿਹਾ ਹੈ, ਸੋ ਇਹਦਾ ਮਤਲਬ ਨਿਮਰਤ ਸੁਮੇਧ ਦੇ ਕਿੰਨਾ ਕਲੋਜ਼ ਹੋਊਗਾ। ਔਰ ਸੁਮੇਧ ਸੈਣੀ ਆਪਣੀ ਬੇਲ ਐਪਲੀਕੇਸ਼ਨ 'ਚ ਕਹਿ ਰਿਹਾ ਪੈਰਾ 7 ਦੇ ਵਿੱਚ ਕਿ ਜੀ ਮੈਂ ਨਿਮਰਤ ਨੂੰ ਕਦੇ ਮਿਲਿਆ ਹੀ ਨਹੀਂ ਜ਼ਿੰਦਗੀ 'ਚ, ਘਰ ਦੇ ਲੀਜ਼ ਡੀਡ ਜਦੋਂ ਲੀਜ਼ ਐਗਰੀਮੈਂਟ ਕੀਤਾ ਉਸ ਤੋਂ ਪਹਿਲਾਂ। ਸੋ ਔਨ ਐਫੀਡੇਵਿਟ ਸੁਮੇਧ ਸੈਣੀ ਕੋਰਟ ਨੂੰ ਵੀ ਮਿਸਲੀਡ ਕਰ ਰਿਹਾ। ਆਹ ਸੁਮੇਧ ਸਿੰਘ ਸੈਣੀ ਦੀ ਸੱਚਾਈ ਹੈ। ਸਰ ਜਿਹੜਾ ਇਹ ਤੁਸੀਂ ਜਸਟਿਸ ਤੀਰਥ ਸਿੰਘ ਠਾਕੁਰ ਜੀ ਦਾ ਦਿਖਾਇਆ ਇਹ ਜੋ ਲੈਟਰ ਉਹਨਾਂ ਨੇ ਲਿਖਿਆ ਸੀਗਾ CGI ਨੂੰ, ਤੇ ਉਦੋਂ ਸੁਮੇਧ ਸਿੰਘ ਸੈਣੀ ਡਾਇਰੈਕਟਰ ਵਿਜੀਲੈਂਸ ਸੀ। ਹਾਂਜੀ ਹਾਂਜੀ IG ਰੈਂਕ ਤੇ ਡਾਇਰੈਕਟਰ ਵਿਜੀਲੈਂਸ ਸੀ। ਇਹਦੇ ਖਿਲਾਫ ਇਨਵੈਸਟੀਗੇਸ਼ਨ ਆਰਡਰ ਕਰਤੀ ਸੀ CBI ਵੱਲੋਂ। ਸੋ ਉਸ ਭੁੱਲਰ ਮੁਲਤਾਨੀ ਕੇਸ ਦੇ ਵਿੱਚ ਹੀ ਉਸ ਚੀਜ਼ ਨੂੰ ਜੱਜ ਸਾਹਿਬ ਨੂੰ ਇੰਟੀਮੀਡੇਟ ਕਰਨ ਲਈ ਸੁਮੇਧ ਸੈਣੀ ਨੇ ਨਿਮਰਤ ਤੋਂ ਇੱਕ ਸਟਿੰਗ ਆਪਰੇਸ਼ਨ ਕਰਵਾਇਆ, ਜਿਹਦੇ ਵਿੱਚ ਇੱਕ ਪ੍ਰਾਈਵੇਟ ਬੰਦੇ ਨਾਲ ਨਿਮਰਤ ਗੱਲ ਕਰਦਾ। ਉਹ ਰਿਕਾਰਡਿੰਗ ਦੇ ਵਿੱਚ ਕਹਿੰਦਾ ਹਾਈ ਕੋਰਟ ਬੜੀ ਕਰਪਸ਼ਨ ਹੋ ਰਹੀ ਹੈ, ਉਹ ਜੱਜ ਸਾਹਿਬ ਇਨਵੋਲਡ ਨੇ। ਸੋ ਕਿੰਨੀ ਨਿਮਰਤ ਦੀ ਵਫਾਦਾਰੀ ਹੈ ਸੁਮੇਧ ਸੈਣੀ ਲਈ। ਔਰ ਉਹ ਕੰਪਲੇਂਟ ਉਸ ਚੀਜ਼ ਦੀ ਸੁਮੇਧ ਸੈਣੀ ਨੂੰ ਦਿੱਤੀ ਗਈ, ਇੱਕ ਸਿਟਿੰਗ ਹਾਈ ਕੋਰਟ ਜੱਜ ਦੇ ਖਿਲਾਫ, ਜਿਹੜੇ ਜੱਜ ਸਾਹਿਬ ਦਾ ਕੇਸ ਸੁਮੇਧ ਸੈਣੀ ਦਾ ਕੇਸ ਜਿਹੜੇ ਜੱਜ ਸਾਹਿਬ ਕੋਲ ਸੀ। ਸੁਮੇਧ ਸੈਣੀ ਕਹਿੰਦਾ ਮੈਂ ਇਹਨਾਂ ਨੂੰ ਜਾਣਦਾ ਹੀ ਨਹੀਂ। ਹਾਂ ਬਿਲਕੁਲ ਉਹੀ ਤਾਂ ਚੀਜ਼ ਹੈ। ਇਹੀ ਤਾਂ ਸੁਮੇਧ ਸੈਣੀ ਪਹਿਲਾਂ ਵੀ ਤਾਂ ਜੱਜਿਸ ਨੂੰ ਧਮਕਾਉਂਦਾ ਹੀ ਰਿਹਾ। ਜਸਟਿਸ ਝਾਂਜੀ ਦੇ ਆਰਡਰ ਦੇ ਵਿੱਚ ਰਿਕਾਰਡਡ ਹੈ ਕਿ ਸੁਮੇਧ ਸੈਣੀ ਨੇ ਕਿਸ ਤਰ੍ਹਾਂ ਉਹਨਾਂ ਨੂੰ ਥ੍ਰੈਟਨ ਕੀਤਾ। ਸਰ ਮਤਲਬ ਚਾਹੇ ਕਿਸੇ ਨੂੰ ਧਮਕਾਉਣਾ ਹੋਵੇ, ਕਿਸੇ ਨੂੰ ਫਸਾਉਣਾ ਹੋਵੇ, ਨਿਮਰਤ ਜਿਹੜਾ ਹੈ ਉਹ ਸੁਮੇਧ ਸੈਣੀ ਨੂੰ ਪਹਿਲਾਂ ਵੀ ਅਸਿਸਟ ਕਰਦਾ ਰਿਹਾ ਹੈ, ਜਾਂ ਕਹਿ ਸਕਦੇ ਹੋ ਵੀ ਐਜ਼ ਅ ਟਾਊਟ ਉਹਦਾ ਕੰਮ ਕਰਦਾ ਰਿਹਾ, ਤੇ ਜਿਹੜਾ 2 ਨੰਬਰ ਦਾ ਪੈਸਾ ਸੀ ਉਹ ਵੀ ਕਿਤੇ ਨਾ ਕਿਤੇ ਸੈਟਲ ਕਰਨ ਦੇ ਵਿੱਚ ਹੈਲਪ ਕਰਦਾ ਰਿਹਾ। ਉਸੇ ਚੀਜ਼ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਕਿ ਉਹਦਾ ਟਾਊਟ ਸੀ, ਕਿੰਨਾ ਕੁ ਵੱਡਾ ਟਾਊਟ ਸੀ, ਕੀ ਉਹਨੇ ਰੋਲ ਪਲੇ ਕੀਤਾ ਹੈ। ਜੇ ਵੇਖੋ ਹੁਣ ਗੱਲ ਇੱਕ ਬੜੀ ਸਿੰਪਲ ਹੈ, ਸੈਣੀ ਵਿਜੀਲੈਂਸ ਚੀਫ ਵੀ ਰਿਹਾ ਔਰ DGP ਵੀ ਰਿਹਾ। ਜੇ ਉਹ ਪੈਸਾ ਨਿਮਰਤ ਦੇ ਥਰੂ ਆਇਆ ਤੇ ਇਹਦਾ ਮਤਲਬ ਕੁਝ ਇਲੀਗਲ ਕੰਮ ਕੀਤੇ ਹੋਣੇ, ਤਾਂ ਹੀ ਉਹ ਕਰਪਸ਼ਨ ਦਾ ਪੈਸਾ ਆਇਆ। ਕਰਪਸ਼ਨ ਦਾ ਪੈਸਾ ਹੋਰ ਬੰਦਾ ਕਿਉਂ ਦੇਊਗਾ, ਲੀਗਲ ਕੰਮ ਲਈ ਥੋੜੀ ਦੇਊਗਾ। ਸੋ ਉਹ ਪੋਜੀਸ਼ਨ ਦੀ ਦੁਰਵਰਤੋਂ ਦੀ ਤਫਤੀਸ਼ ਤਾਂ ਹੁਣ ਹੋਣੀ ਬਣਦੀ ਹੈ ਨਾ। ਉਸੇ ਚੀਜ਼ ਦੀ ਤਫਤੀਸ਼ ਦੇ ਲਈ ਹੁਣ ਕੇਸ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਹੁਣ ਸੁਮੇਧ ਸੈਣੀ ਨੂੰ ਅਰੈਸਟ ਕੀਤਾ ਤੇ ਬਹੁਤ ਕੁਝ ਬਾਹਰ ਆਊਗਾ, ਉਮੀਦ ਕਰਦੇ। ਉਦੋਂ ਇਹ ਹੁੰਦਾ ਹੋਣਾ ਵੀ ਸੁਮੇਧ ਸੈਣੀ ਦਾ ਹੱਥ ਹੈਗਾ, ਨਿਮਰਤ ਨੂੰ ਕਹਿੰਦਾ ਹੋਣਾ ਵੀ ਜੋ ਕਰਨਾ ਕਰੀ ਚੱਲ, ਕੋਈ ਨਾ ਮੈਂ ਬੈਠਾ। ਪਰ ਇਹ ਨਹੀਂ ਸੋਚਿਆ ਹੋਣਾ ਵੀ 2020-21 ਵੀ ਆਊਗਾ ਵੀ ਜਦੋਂ ਸਾਡੇ 'ਤੇ ਵੀ ਸ਼ਿਕੰਜਾ ਕੱਸਿਆ ਜਾਣਾ ਹੈ। ਬਿਲਕੁਲ ਜੀ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਕਿ ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਇੱਕ ਦਿਨ ਰੰਗ ਲਿਆਉਣਗੀਆਂ। ਜਿੱਦਣ ਤੋਂ ਤੁਸੀਂ ਮੇਰੀ ਇੰਟਰਵਿਊ ਆਪਣੀ ਚੈਨਲ 'ਤੇ ਸ਼ੁਰੂ ਕੀਤੀ, ਮੈਂ ਉਸ ਦਿਨ ਦੀ ਪਹਿਲੀ ਇੰਟਰਵਿਊ ਦੇਖ ਲਓ, ਮੈਂ ਉਦਣ ਵੀ ਕਿਹਾ ਸੀ ਕਿ ਬ੍ਰਿਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਲਓ। ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹੈ। ਦੇਖੋ ਜਿਨ੍ਹਾਂ ਦੇ ਟੱਬਰ ਇਹਨੇ ਮਾਰਤੇ,
ਜਿਨ੍ਹਾਂ ਦੇ ਫੈਮਿਲੀ ਮੈਂਬਰਸ ਇਨੋਸੈਂਟ ਸੀ, ਝੂਠੇ ਕੇਸਿਸ ਇੰਪਲੀਕੇਟ ਕਰਕੇ ਮਾਰਤੇ, ਉਹ ਵੀ ਤਾਂ ਰੱਬ ਦੇ ਹੀ ਜੀ ਸੀ ਨਾ। ਸੋ ਫੈਮਿਲੀਜ਼ ਦੀਆਂ ਅਰਦਾਸਾਂ ਕਦੇ ਖਾਲੀ ਜਾ ਸਕਦੀਆਂ? ਕਦੇ ਵੀ ਨਹੀਂ। ਇਹ ਤਾਂ ਸ਼ੁਰੂਆਤ ਹੈ, ਅੱਗੇ ਵੇਖਿਓ ਇਹਦੇ ਨਾਲ ਕਿੰਨੀ ਮਾੜੀ ਹੋਊਗੀ। ਇਹ ਰੱਬ ਕਰਨਗੇ, ਤੁਹਾਡੇ ਆ ਮੇਰੇ ਹੱਥ ਨਹੀਂ ਹੈ। ਰੱਬ ਦੀ ਲਾਠੀ ਸੱਚੀ ਆਵਾਜ਼ ਨਹੀਂ ਹੈ। ਔਰ ਦੇਖੋ ਇਹਦਾ ਹੁਣ ਸੈਣੀ ਦਾ ਕੀ ਹਾਲ ਹੋਣਾ। ਮੈਨੂੰ ਜੋ ਪਤਾ ਲੱਗਿਆ ਤਾਂ ਮੈਂ ਤਾਂ ਸ਼ੁਰੂ ਤੋਂ ਹੀ ਕਹਿਣਾ ਬਹੁਤ ਡਰਪੋਕ ਹੈ। ਹੁਣ ਜੇ ਦੂਜੇ ਕੇਸਿਸ 'ਚ ਇਹਦਾ ਰਿਮਾਂਡ ਲੈ ਲਿਆ, ਦੇਖੋ ਜਿਹੜੇ ਕੇਸ ਅੱਜ ਤੱਕ ਇਨਵੈਸਟੀਗੇਟ ਨਹੀਂ ਹੋਏ ਉਹ ਕਿਵੇਂ ਇਨਵੈਸਟੀਗੇਟ ਹੁੰਦੇ ਆ। ਸਰ ਕੱਲ ਰਾਤੀ ਮਤਲਬ ਕਿ 8:30 ਵਜੇ ਜਾ ਕੇ ਇਨਵੈਸਟੀਗੇਸ਼ਨ ਤੁਸੀਂ ਜੁਆਇਨ ਕਰਨੀ, ਮਤਲਬ ਉਹ ਕਿੱਥੇ ਤੱਕ ਠੀਕ ਸੀ? ਕਿ ਪਹਿਲਾਂ ਤੁਹਾਡੀ ਨਜ਼ਰ 'ਚ ਕੋਈ ਇੱਦਾਂ ਦਾ ਕੇਸ ਹੈਗਾ ਵੀ ਕਿਸੇ ਨੇ ਜਾ ਕੇ 8:30 ਵਜੇ ਰਾਤ ਨੂੰ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਵੇ? ਇਹਨੂੰ ਹਫਤੇ ਦੇ ਵਿੱਚ ਹੀ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਡਾਇਰੈਕਸ਼ਨ ਸੀ ਹਾਈ ਕੋਰਟ ਵੱਲੋਂ। ਸੋ ਇਹਦਾ ਨੈਚੁਰਲੀ ਕਾਨੂੰਨ ਤੋੜਨ ਦੀ ਆਦਤ ਹੈ। ਸੋ ਜਦੋਂ ਇਹੋ ਜਿਹੀ ਡਾਇਰੈਕਸ਼ਨ ਹੋਈ ਹੁੰਦੀ ਹੈ, ਇਹਦਾ ਮਤਲਬ ਹੁੰਦਾ ਹੈ ਕਿ ਵਰਕਿੰਗ ਆਵਰਸ ਦੇ ਵਿੱਚ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ। ਸੋ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਸੁਮੇਧ ਸੈਣੀ ਨੇ ਆਹ ਸਾਰਾ ਡਰਾਮਾ ਕੀਤਾ ਕਿ ਮੈਂ ਰਾਤ ਨੂੰ 8 ਵਜੇ ਜਾ ਰਿਹਾ, ਜੋ ਉਹਦੀ ਆਦਤ ਹੈ। ਉਹਨੇ ਖਾਨਾ ਪੂਰਤੀ ਕਰਨੀ ਸੀ ਕੋਰਟ ਦੇ ਵਿੱਚ ਆ ਕੇ। ਉਹਨੇ ਕਹਿਣਾ ਸੀ ਜੀ ਦੇਖੋ ਵੈਂਡੇਟਾ, ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ, ਮੈਨੂੰ ਜੁਆਇਨ ਨਹੀਂ ਕਰਨ ਦਿੱਤੀ, ਜਾਂ ਮੈਨੂੰ ਸਵਾਲ ਪੁੱਛੇ ਹੈ ਮੈਂ ਜਵਾਬ ਦੇਤੇ ਤਾਂ ਵੀ ਕੋਰਟ ਨੂੰ ਕਹਿ ਰਿਹਾ ਮੈਂ ਕੋਆਪਰੇਟ ਨਹੀਂ ਕੀਤਾ। ਇਨਫੈਕਟ ਇਹ ਚੀਜ਼ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੋਈ ਹੈ ਉਹਦਾ ਨਾਨ ਕੋਆਪਰੇਟਿਵ ਐਟੀਟਿਊਡ ਸਾਰਿਆਂ ਸਾਹਮਣੇ ਆ ਗਿਆ ਕਿ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਹੁਣ ਤੱਕ ਉਹ ਹਰ ਕੇਸ 'ਚ ਖਾਨਾ ਪੂਰਤੀ ਕਰਦਾ ਰਿਹਾ, ਜਿਵੇਂ ਮੁਲਤਾਨੀ ਕੇਸ 'ਚ ਵੀ ਕਰਦਾ ਸੀ। ਹੁਣ ਇਹਦੇ ਨਾਲ ਰਾਤ ਨੂੰ 8 ਵਜੇ ਆ ਕੇ ਉਹਨੇ ਕਿਹੜੇ ਜਵਾਬ ਦੇਣੇ ਸੀ? ਹੁਣ ਦੂਜੇ ਕੇਸ ਅਰੈਸਟ ਹੋ ਗਿਆ, ਹੁਣ ਸਾਰੇ ਇਹਦੇ ਚਿੱਠੇ ਖੁੱਲ੍ਹ ਜਾਣੇ ਆ। ਸਰ ਕਈਆਂ ਨੇ ਇਹੀ ਸਵਾਲ ਪੁੱਛਿਆ ਵੀ ਇਹਨੂੰ ਬਲੈਂਕਟ ਬੇਲ ਇਹਦੇ ਕੋਲ ਹੈਗੀ ਹੈ, ਫਿਰ ਇਹਨੂੰ 7 ਦਿਨ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ ਵੀ ਉਹਨੂੰ ਗ੍ਰਿਫਤਾਰ ਕੀਤਾ ਹੈ, ਇਮੀਡੀਏਟਲੀ ਕਿਵੇਂ ਕਰ ਲਿਆ? ਉਹ ਤਾਂ ਜੁਆਇਨ ਕਰਨ ਆਇਆ ਸੀ ਇਨਵੈਸਟੀਗੇਸ਼ਨ। ਉਹ ਬਲੈਂਕਟ ਬੇਲ ਨਹੀਂ ਹੈ ਜੀ, 1 ਵੀਕ ਐਡਵਾਂਸ ਨੋਟਿਸ ਹੈ। ਔਰ ਉਹ 1 ਵੀਕ ਐਡਵਾਂਸ ਨੋਟਿਸ ਉਸ FIR ਦੇ ਵਿੱਚ ਹੈ। ਹੁਣ ਜੇ 2 ਅਗਸਤ ਨੂੰ ਵਿਜੀਲੈਂਸ ਨੇ ਇਹਦੇ ਘਰ ਰੇਡ ਮਾਰਿਆ ਤੇ ਕੀ ਉਹਦੇ ਘਰ ਸਮਨ ਨਹੀਂ ਫੜਾ ਕੇ ਆਏ ਹੁਣੇ? ਵੇਖੋ 1 ਵੀਕ ਐਡਵਾਂਸ ਨੋਟਿਸ ਜੇ ਬੰਦਾ ਅਵੇਲੇਬਲ ਨਹੀਂ ਹੈ ਉਹਦੇ ਘਰ ਫੜਾ ਕੇ ਆ ਸਕਦੇ ਆ। ਇਹ ਤਾਂ ਜਦੋਂ ਇਹਨਾਂ ਨੇ 13 ਨੰਬਰ FIR ਰਜਿਸਟਰ ਕੀਤੀ ਹੈ, ਇਹ ਤਾਂ ਉਸ ਵੇਲੇ ਵੀ ਉਹਦੇ ਘਰ ਨੋਟਿਸ ਹੀ ਦੇਣ ਗਏ ਸੀ। ਇਹਨਾਂ ਨੇ ਕਿਹੜਾ ਉਸ ਵੇਲੇ ਅਰੈਸਟ ਕਰਨਾ ਸੀ? 1 ਵੀਕ ਐਡਵਾਂਸ ਨੋਟਿਸ ਤਾਂ ਇਹਦੇ ਕੋਲ ਸੀ। ਪਰ ਪ੍ਰੋਬਲਮ ਕੀ ਹੋਈ, ਉਹ ਗੱਲ ਸੈਣੀ ਦੇ ਦਿਮਾਗ 'ਚ ਨਹੀਂ ਹੋਣੀ, ਜਾਂ ਇਹਨੇ ਉਸ ਚੀਜ਼ ਨੂੰ ਕੁਐਸਚਨ ਨਹੀਂ ਕੀਤਾ ਜਾਂ ਉਹਨੂੰ ਚੈਲੰਜ ਨਹੀਂ ਕੀਤਾ ਕਿ ਵੀ ਤੁਸੀਂ ਕਿਹੜੇ ਕੇਸ 'ਚ ਆਏ ਹੋ, ਔਰ ਉਹਨੂੰ ਚੈਲੰਜ ਨਹੀਂ ਕੀਤਾ ਕਿ ਐਂਟੀਸਿਪੇਟਰੀ ਬੇਲ ਲੈ ਲੈਂਦਾ। ਸੋ ਉਹ ਚੀਜ਼ ਦੇ ਵਿੱਚ ਜਦੋਂ ਇਹਨੇ ਜਵਾਬ ਨਹੀਂ ਦਿੱਤੇ, ਇਨਵੈਸਟੀਗੇਸ਼ਨ ਨਾਲ ਕੋਆਪਰੇਟ ਨਹੀਂ ਕੀਤਾ, ਸੋ ਨੈਚੁਰਲੀ ਉਹਨਾਂ ਨੇ ਅਰੈਸਟ ਤਾਂ ਪਾਉਣੀ ਸੀ। ਸਰ ਤੁਸੀਂ ਵੈਂਡੇਟਾ ਵਾਲੀ ਗੱਲ ਕੀਤੀ ਹੈ ਵੀ ਹੋ ਸਕਦਾ ਸੁਮੇਧ ਸਿੰਘ ਸੈਣੀ ਇਹ ਗੱਲ ਵੀ ਕਹੇ, ਪਰ ਇਹ ਸਵਾਲ ਉੱਠ ਵੀ ਰਹੇ ਨੇ ਵੀ ਹੁਣ ਇਲੈਕਸ਼ਨਸ ਸਿਰ 'ਤੇ ਨੇ ਅਤੇ ਹੋ ਸਕਦਾ ਪੰਜਾਬ ਸਰਕਾਰ ਸਿਰਫ ਇਲੈਕਸ਼ਨਸ ਕਰਕੇ ਜਿਹੜੇ ਹੈਗੀ ਆ ਹੁਣ ਦਿਖਾ ਰਹੀ ਆ ਵੀ ਅਸੀਂ ਐਕਸ਼ਨ ਵਿੱਚ ਹੈਗੇ ਹਾਂ। ਸੁਮੇਧ ਸਿੰਘ ਸੈਣੀ ਨੂੰ ਵੀ ਦੇਖੋ ਅਸੀਂ ਗ੍ਰਿਫਤਾਰ ਕੀਤਾ ਹੈ। ਦੇਰ ਆਏ ਦੁਰਸਤ ਆਏ। ਮੈਂ ਇਹ ਸੋਚਦਾ ਕਿ ਜੇ ਉਹਨਾਂ ਨੇ ਕਾਰਵਾਈ ਸ਼ੁਰੂ ਕਰਤੀ, ਅਸੀਂ ਇਸ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਕਿਉਂ ਨਾ ਹੋਈਏ। ਜੇ ਮੁਲਤਾਨੀ ਕੇਸ ਦੇ ਵਿੱਚ ਫੈਮਿਲੀ ਨੇ ਕੰਪਲੇਂਟ ਦਿੱਤੀ ਔਰ ਸਰਕਾਰ ਨੇ ਪਰਚਾ ਦਰਜ ਕਰਤਾ, ਬਜਾਏ ਇਹਦੇ ਮੈਂ ਇਹ ਕੁਐਸਚਨ ਕਰਾਂ ਕਿ ਤੁਸੀਂ 302 ਪਰਚਾ ਦਰਜ ਕਰਦਿਆਂ ਕਿਉਂ ਨਹੀਂ ਲਾਈ, ਮੈਂ ਇਹ ਸ਼ੁਕਰਗੁਜ਼ਾਰ ਰਿਹਾ ਇਸ ਗੱਲ ਦਾ ਕਿ ਉਹਨਾਂ ਨੇ ਪਰਚਾ ਤਾਂ ਦਰਜ ਕਰਤਾ, ਜਦੋਂ ਕੰਪਲੇਂਟ ਆਈ ਨਾਲ ਦੀ ਨਾਲ ਕਰਤਾ। ਉਸੇ ਤਰ੍ਹਾਂ ਇਸ ਕੇਸ ਦੇ ਵਿੱਚ ਅਰੈਸਟ ਤਾਂ ਕੀਤਾ। ਜੇ ਤੁਸੀਂ ਕਹਿੰਦੇ ਹੋ ਇਲੈਕਸ਼ਨ ਕਰਕੇ ਕੀਤਾ ਹੈ, ਤਾਂ ਮੈਂ ਸਿਰਫ ਇੱਕ ਸਵਾਲ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਰੱਖ ਰਿਹਾ, ਜਿਨ੍ਹਾਂ ਦੇ ਜੀ ਇਹਨੇ ਮਾਰੇ ਹੈ, ਅੱਜ ਉਹਨਾਂ ਨੂੰ ਪੁੱਛੋ ਕਿ ਤੁਸੀਂ ਖੁਸ਼ ਹੋ ਕਿ ਅਰੈਸਟ ਹੋ ਗਿਆ? ਜੇ ਉਹ ਖੁਸ਼ ਨੇ ਤੇ ਫਿਰ ਇਹਨੂੰ ਇਲੈਕਸ਼ਨ ਸਟੰਟ ਆਪਾਂ ਨਾ ਕਹੀਏ। ਫਾਈਨਲੀ ਸਰਕਾਰ ਨੇ ਜੇ ਆਪਣੀ ਡਿਊਟੀ ਨਿਭਾ ਕੇ ਇਹਨੂੰ ਅਰੈਸਟ ਕਰ ਲਿਆ, ਲੈਟ ਅਸ ਪ੍ਰੇਜ਼ ਦਾ ਗਵਰਨਮੈਂਟ ਕਿ ਤੁਸੀਂ ਚੰਗਾ ਕੰਮ ਕੀਤਾ ਹੈ। ਪਬਲਿਕ ਉਹਦੇ 'ਚ ਖੁਸ਼ ਹੈ, ਸਰਕਾਰ ਨੇ ਆਪਣੀ ਡਿਊਟੀ ਕੀਤੀ ਹੈ। ਅਨਨੈਸੈਸਰੀਲੀ ਕ੍ਰਿਟਿਸਾਈਜ਼ ਕਰਨਾ ਮੈਂ ਗਲਤ ਸਮਝਦਾ। ਸਰ ਇਹ ਕੇਸਿਸ, ਕੁਝ ਕੇਸਿਸ ਮੁਲਤਾਨੀ ਕੇਸ ਹੋ ਗਿਆ ਜਾਂ ਫਿਰ ਜਿਹੜਾ ਹੁਣ ਇਹ ਕੇਸ ਨਵਾਂ ਸਾਹਮਣੇ ਆਇਆ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ, ਇਹ ਸਾਹਮਣੇ ਨੇ। ਇਸ ਤੋਂ ਇਲਾਵਾ ਹੋਰ ਕਿੰਨੇ ਕੇਸਿਸ ਨੇ ਜਿਨ੍ਹਾਂ ਵਿੱਚ ਸੁਮੇਧ ਸਿੰਘ ਸੈਣੀ ਘਿਰਿਆ ਹੋਇਆ ਹੈ? ਦੇਖੋ ਬਹੁਤ ਕੇਸਿਸ ਘਿਰਿਆ ਹੋਇਆ ਹੈ, ਔਰ CBI ਦਾ ਪਹਿਲਾ ਕੇਸ ਸੀ ਇਹਦੇ 'ਤੇ 94 ਦੇ ਵਿੱਚ, ਜਿਹਦੇ ਵਿੱਚ ਇਹਨੇ ਸੈਣੀ ਮੋਟਰਸ ਜਿਹੜੇ ਤੇ ਰਿਸ਼ਤੇਦਾਰਾਂ ਦੀ ਕੰਪਨੀ ਸੀ, ਉਹ ਸੈਣੀ ਮੋਟਰਸ ਵਾਲਿਆਂ ਦੇ ਫਾਈਨੈਂਸਰਸ ਨੂੰ ਐਲੀਮੀਨੇਟ ਕੀਤਾ ਸੀ। ਉਹ ਇੱਕ ਹਿੰਦੂ ਫੈਮਿਲੀ ਸੀ, ਬਿਜ਼ਨਸ ਫੈਮਿਲੀ, ਜਿਹਨੂੰ ਇਹਨੇ ਪਰਸਨਲ ਦੁਸ਼ਮਣੀ ਕਰਕੇ ਐਲੀਮੀਨੇਟ ਕੀਤਾ। ਉਹ CBI ਨੂੰ ਪ੍ਰੋਸੀਕਿਊਟ ਕਰ ਰਹੀ ਹੈ। ਉਸ ਤੋਂ ਬਾਅਦ ਭੁੱਲਰ ਔਰ ਮੁਲਤਾਨੀ ਕੇਸ 2008 ਦੇ ਵਿੱਚ ਹੋਇਆ। ਉਸ ਤੋਂ ਬਾਅਦ ਉਹ ਕੁਆਸ਼ ਹੋਇਆ। ਫਿਰ ਕੋਟਕਪੂਰਾ ਗੋਲੀकांड ਦੇ ਬਰਗਾੜੀ ਬਾਈਬਲ ਕਲਾਂ ਕੇਸਿਸ ਦੋਵੇਂ ਆਏ। ਉਸ ਤੋਂ ਬਾਅਦ ਮੁਲਤਾਨੀ ਕੇਸ ਦੁਬਾਰਾ ਸ਼ੁਰੂ ਹੋਇਆ। ਹੁਣ ਇਹਦਾ ਕੇਸ ਵਿਜੀਲੈਂਸ ਦੀਆਂ 2 FIRs ਆ ਗਈਆਂ, 11 ਤੇ 13। ਉਸ ਤੋਂ ਇਲਾਵਾ ਹੁਣ ਇਹਦੇ ਅਗੇਂਸਟ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ 11 ਨੰਬਰ FIR ਦੇ ਉੱਤੇ ECIR ਰਜਿਸਟਰ ਕਰਤੀ ਹੈ, ਔਰ ਇਨਕਮ ਟੈਕਸ ਨੇ ਵੀ ਨੋਟਿਸ ਕੱਢਿਆ ਹੈ। ਜੇ ਆਪਾਂ ਲੀਗਲੀ ਗੱਲ ਕਰੀਏ ਤਾਂ FIR ਨੰਬਰ 13 ਦੇ ਉੱਤੇ ਵੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸੋ ਇੰਨੇ ਸਾਰੇ ਕੇਸਿਸ ਤਾਂ ਇਹਦੇ ਅਗੇਂਸਟ ਆਲਰੇਡੀ ਹੈਗੇ ਆ। ਬਾਕੀ ਜਿਵੇਂ ਲੋਕ ਕੰਪਲੇਂਟਸ ਦੇਣਗੇ, ਮੇਰਾ ਖਿਆਲ ਹੈ ਹੁਣ ਸਰਕਾਰ ਨੂੰ ਐਕਟ ਅਪੋਨ ਕਰਨਾ ਪਊਗਾ। ਮੇਰਾ ਆਖਰੀ ਸਵਾਲ, ਸੁਣਿਆ ਇਹਨਾਂ ਦੀ ਫੈਮਿਲੀ ਵੀ ਹਾਈ ਕੋਰਟ ਵਿੱਚ ਮੂਵ ਕੀਤੀ? ਹਾਂਜੀ, ਹੇਬੀਅਸ ਕਾਰਪਸ ਪਟੀਸ਼ਨ ਇਹਨਾਂ ਦੀ ਵਾਈਫ ਵੱਲੋਂ ਪਾਈ ਗਈ ਹੈ। ਸੋ ਉਹਦਾ ਹੀ ਹੁਣ ਆਊਟਕਮ ਉਹ ਪਾਸ ਓਵਰ ਕੀਤਾ, ਕੋਰਟ ਨੇ ਟ੍ਰਾਂਸਫਰ ਕੀਤਾ ਉਹ ਮੈਟਰ। ਸੋ ਹੁਣ ਅੱਜ ਪੋਸਟ ਲੰਚ ਉਹ ਲਿਸਟ ਹੋਊਗਾ।
ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਐਡਵੋਕੇਟ ਪ੍ਰਦੀਪ ਵਿਰਕ, ਸਵਾਲ ਕਈ ਨੇ, ਕੇਸਿਸ ਕਈ ਨੇ ਜਿਨ੍ਹਾਂ ਵਿੱਚ ਸੁਮੇਧ ਸਿੰਘ ਸੈਣੀ ਪਹਿਲਾਂ ਵੀ ਘਿਰੇ ਹੋਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ। ਪਰ ਤਾਜ਼ਾ ਜਿਹੜਾ ਕੇਸ ਜਿਸ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਉਹ ਸ਼ੁਰੂ ਹੁੰਦਾ ਹੈ WWICS ਦਵਿੰਦਰ ਸੰਧੂ ਦੇ ਖਿਲਾਫ ਜਿਹੜਾ ਇੱਕ FIR ਹੋਈ। ਨਿਮਰਤਦੀਪ ਨੇ ਮਦਦ ਕੀਤੀ ਤੇ ਉਹ ਕੜੀਆਂ ਜੁੜਦੀਆਂ ਸੁਮੇਧ ਸਿੰਘ ਸੈਣੀ ਤੱਕ ਜਾ ਪਹੁੰਚੀਆਂ। ਮੌਜੂਦਾ ਸਥਿਤੀ ਇਹ ਹੈ ਕਿ ਹੁਣ ਸੁਮੇਧ ਸਿੰਘ ਸੈਣੀ ਪੁਲਿਸ ਕਸਟਡੀ ਵਿੱਚ ਨੇ ਤੇ ਹੁਣ ਹੋਰ ਵੀ ਜਿਹੜੇ ਬਾਕੀ ਮਾਮਲੇ ਨੇ ਉਹਨਾਂ ਬਾਬਤ ਵੀ ਪੁੱਛ ਪੜਤਾਲ ਕੀਤੀ ਜਾਵੇਗੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।